ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਆਪਾਂ ਸਾਰੇ ਜਾਣਦੇ ਹਾਂ ਬੀਬੀ ਸ਼ਰਨ ਕੌਰ ਬਾਰੇ, ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਬੜਾ ਹੀ ਅਹਿਮ ਰੋਲ ਹੈ। ਸ਼ਰਨ ਕੌਰ, ਜਿਸ ਦਾ ਅਸਲੀ ਨਾਂ ਸ਼ਰਨੀ ਸੀ, ਜਿਸ ਦਾ ਜਨਮ ਪੰਜਾਬ ਦੇ ਉੱਤਰ ਪੱਛਮ ਦੇ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ, ਜਿੱਥੇ 90% ਤੋਂ ਵੱਧ ਆਬਾਦੀ ਪਠਾਨ ਜਾਂ ਅਫਗਾਨਾਂ ਦੀ ਸੀ। ਉਸ ਦਾ ਪਿਤਾ ਇੱਕ ਛੋਟਾ ਜਿਹਾ ਦੁਕਾਨਦਾਰ ਸੀ। 16 ਸਾਲ ਦੀ ਹੁੰਦਿਆਂ ਹੀ ਉਸ ਦੇ ਵਿਆਹ ਨੇੜਲੇ ਪਿੰਡ ਇੱਕ ਨੌਜਵਾਨ ਜਗਤ ਰਾਮ ਨਾਲ ਹੋ ਗਿਆ। ਸੁਖੀ ਵਿਆਹ ਤੋਂ ਬਾਅਦ ਆਪਣੇ ਲਾੜੇ ਤੇ ਅਤੇ ਪਾਰਟੀ ਸਮੇਤ ਆਪਣੇ ਸਹੁਰੇ ਪਿੰਡ ਚਲੀ ਗਈ। ਜਦੋਂ ਵਿਆਹ ਦਾ ਜਲੂਸ ਸੰਘਣੇ ਜੰਗਲ ਵਿੱਚ ਲੰਘ ਰਿਹਾ ਸੀ, ਹਥਿਆਰਬੰਦ ਗੁੰਡਿਆਂ ਦੀ ਇੱਕ ਪਾਰਟੀ ਨੇ ਪਾਰਟੀ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਉਹਨਾਂ ਨੂੰ ਨਕਦੀ, ਕੀਮਤੀ ਸਮਾਨ ਅਤੇ ਲਾੜੀ ਨੂੰ ਸੌਂਪਣ ਦਾ ਹੁਕਮ ਦਿੱਤਾ। ਬੇਵਸ ਧਿਰ ਨੇ ਹੱਥੇ ਸੀ ਅਤੇ ਡਾਕੂਆਂ ਨੂੰ ਬੇਨਤੀ ਕੀਤੀ ਕਿ ਸਭ ਕੁਝ ਲੈ ਜਾਓ, ਪਰ ਉਹਨਾਂ ਨੂੰ ਲਾੜੀ ਦੇ ਨਾਲ ਛੱਡ ਦਿਓ। ਉਹਨਾਂ ਨੇ ਬੇਨਤੀ ਠੁਕਰਾ ਦਿੱਤੀ। ਉਹਨਾਂ ਨੇ ਲਾੜੀ ਨੂੰ ਪਾਲਕੀ ਵਿੱਚ ਛੱਡ ਕੇ ਭੱਜਣ ਲਈ ਮਜਬੂਰ ਕੀਤਾ ਗਿਆ। ਉਸਨੇ ਰੋਂਦੇ ਹੋਏ ਉਹਨਾਂ ਨੂੰ ਬੇਨਤੀ ਕੀਤੀ ਕਿ ਉਸ ਨੂੰ ਆਪਣੇ ਲਾੜੇ ਨਾਲ ਜਾਣ ਦੇਣ। ਡਾਕੂਆਂ ਨੇ ਉਸ ਨੂੰ ਪਾਲਕੀ ਤੋਂ ਬਾਹਰ ਖਿੱਚ ਲਿਆ ਅਤੇ ਉਸ ਨੂੰ ਆਪਣੇ ਮੁਖੀ ਦੇ ਸਾਹਮਣੇ ਪੇਸ਼ ਕੀਤਾ। ਉਸਨੇ ਕਿਹਾ, ਉਸ ਨੂੰ ਫਿਲਹਾਲ ਨਜ਼ਰਬੰਦ ਕਰੋ। ਮੈਂ ਅਜਿਹੀ ਖੂਬਸੂਰਤ ਮੁਟਿਆਰ ਨਾਲ ਵਿਆਹ ਕਰਨਾ ਚਾਹਾਂਗਾ। ਗਰੀਬ ਲਾੜਾ ਨਿਰਾਸ਼ ਅਤੇ ਉਦਾਸ ਸੀ। ਉਹ ਆਪਣੇ ਪਿੰਡ ਜਾ ਕੇ ਸਾਰੇ ਪਿੰਡ ਦੇ ਹਾਸੇ ਦਾ ਪਾਤਰ ਬਣਨਾ ਨਹੀਂ ਸੀ ਚਾਹੁੰਦਾ। ਉਹ 19ਵੀਂ ਸਦੀ ਦਾ ਪਹਿਲਾ ਅੱਧ ਸੀ ਅਤੇ ਹਰੀ ਸਿੰਘ ਨਲਵਾ ਪਠਾਨ ਸੂਬੇ ਦਾ ਗਵਰਨਰ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਬਹਾਦਰ ਜਰਨੈਲ ਸੀ, ਜਿਸ ਨੇ ਉਸ ਨੂੰ ਨਲਵੇ ਦਾ ਖਿਤਾਬ ਦਿੱਤਾ ਸੀ, ਕਿਉਂਕਿ ਉਸਨੇ ਇਕੱਲੇ ਹੀ ਨੂਲ ਸ਼ੇਰ ਨੂੰ ਮਾਰਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਪੰਜਾਬ ਦੇ ਪੱਛਮ ਤੋਂ ਪਠਾਨ ਤੇ ਅਫਗਾਨਾਂ ਨੇ 8 ਸਦੀਆਂ ਤੱਕ ਭਾਰਤ ਤੇ ਹਮਲਾ ਕੀਤਾ ਅਤੇ ਲੁੱਟਿਆ। ਇਸ ਦਾ ਸਿਹਰਾ ਹਰੀ ਸਿੰਘ ਨਲਵਾ ਵਰਗੇ ਜਰਨੈਲਾਂ ਨੂੰ ਜਾਂਦਾ ਹੈ। ਇਹਨਾਂ ਹਮਲਿਆਂ ਨੂੰ ਹਮੇਸ਼ਾ ਲਈ ਰੋਕ ਦਿੱਤਾ ਗਿਆ। ਉਸਨੇ ਉਸ ਖੇਤਰ ਦੇ ਬਾਗੀ ਪਠਾਨ ਤੇ ਇੰਨੀ ਨਿਡਰਤਾ, ਦਲੇਰੀ ਅਤੇ ਸਮਝਦਾਰੀ ਨਾਲ ਰਾਜ ਕੀਤਾ ਕਿ ਪਠਾਨ ਮਾਪੇ ਆਪਣੇ ਬੱਚਿਆਂ ਨੂੰ ਡਰਾਉਣ ਲਈ ਨਲਵੇ ਦੇ ਨਾਮ ਦੀ ਵਰਤੋਂ ਕਰਕੇ ਉਹਨਾਂ ਨੂੰ ਚੁੱਪ ਕਰਾਉਂਦੇ ਸਨ। ਜਗਤ ਰਾਮ ਨੂੰ ਇੱਕ ਵਿਚਾਰ ਆਇਆ ਅਤੇ ਉਹ ਸਿੱਧਾ ਜਮਰੌਦ ਵਿਖੇ ਸਰਦਾਰ ਹਰੀ ਸਿੰਘ ਨਲਵੇ ਕੋਲ ਪਹੁੰਚ ਗਿਆ, ਜਿੱਥੇ ਉਹ ਇੱਕ ਕਿਲਾ ਬਣਵਾ ਰਿਹਾ ਸੀ। ਉਸਨੇ ਸਰਦਾਰ ਨੂੰ ਸ਼ਿਕਾਇਤ ਕੀਤੀ ਕਿ ਉਸਦੀ ਲਾੜੀ ਨੂੰ ਕੁਝ ਡਾਕੂਆਂ ਨੇ ਜ਼ਬਰਦਸਤੀ ਚੁੱਕ ਲਿਆ ਹੈ। ਜਦੋਂ ਸਰਦਾਰ ਨੇ ਉਸਦੀ ਸ਼ਿਕਾਇਤ ਸੁਣ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਉਸਦੇ ਦਰਬਾਰ ਦੇ ਦਰਵਾਜ਼ੇ ਕੋਲ 2 ਅਜਨਬੀ ਖੜੇ ਸਨ ਅਤੇ ਲਾੜੇ ਦੀ ਹਰ ਗੱਲ ਧਿਆਨ ਨਾਲ ਸੁਣ ਰਹੇ ਸਨ। ਉਸਨੇ ਸ਼ੱਕ ਪ੍ਰਗਟਾਇਆ ਕਿ ਉਕਤ ਵਿਅਕਤੀ ਲੁਟੇਰਿਆਂ ਦੇ ਸਹਾਇਕ ਹਨ। ਉਸਨੇ ਉੱਚੀ ਆਵਾਜ਼ ਵਿੱਚ ਹੁਕਮ ਦਿੱਤਾ, ਇਸ ਕਾਇਰ ਨੂੰ ਸਲਾਖਾਂ ਪਿੱਛੇ ਸੁੱਟ ਦਿਓ। ਜਿਹੜਾ ਆਪਣੀ ਪਤਨੀ ਦੀ ਰੱਖਿਆ ਨਹੀਂ ਕਰ ਸਕਦਾ, ਉਹ ਕਿਸੇ ਮਦਦ ਦਾ ਜਾਂ ਰਹਿਮ ਦਾ ਹੱਕਦਾਰ ਨਹੀਂ। ਇਸ ਤਰ੍ਹਾਂ ਦੇ ਵਿਅਕਤੀ ਸਮਾਜ ਦੇ ਬੋਝ ਹਨ ਅਤੇ ਸਮਾਜ ਲਈ ਕਲੰਕ ਹਨ। ਦੋਵੇਂ ਸ਼ੱਕੀ ਇਹ ਸਭ ਸੁਣ ਕੇ ਬਹੁਤ ਖੁਸ਼ ਹੋਏ ਅਤੇ ਇੱਕਦਮ ਆਪਣੇ ਨੇਤਾ ਨੂੰ ਸਭ ਕੁਝ ਜਾ ਕੇ ਦੱਸਿਆ। ਸ਼ੱਕੀ ਜਾਸੂਸ ਆਪਣੀ ਮੰਜ਼ਿਲ ਤੇ ਪਹੁੰਚ ਗਏ ਤੇ ਆਪਣੇ ਨੇਤਾ ਨੂੰ ਸਿੱਖ ਸਰਦਾਰ ਦੀ ਪ੍ਰਤੀਕਰਮ ਬਾਰੇ ਦੱਸਿਆ। ਉਹ ਅਜੇ ਖੁਸ਼ੀ ਨਾਲ ਗੱਲਾਂ ਹੀ ਕਰ ਰਹੇ ਸਨ ਤੇ ਆਪਣੀ ਜਿੱਤ ਦਾ ਆਨੰਦ ਮਾਣ ਰਹੇ ਸਨ, ਜਦੋਂ ਸਿੱਖ ਘੋੜਸਵਾਰਾਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਉਹਨਾਂ ਨੂੰ ਹਥਿਆਰਬੰਦ ਕਰਨ ਦਾ ਹੁਕਮ ਦਿੱਤਾ। ਲੁਟੇਰੇ ਅੱਕ ਗਏ ਅਤੇ ਗਿਣਤੀ ਵੱਧ ਗਈ। ਸਿੱਖ ਸਿਪਾਹੀ ਹਰੀ ਸਿੰਘ ਨਲਵਾ ਕੋਲ ਡਾਕੂ ਲੁੱਟ ਅਤੇ ਲਾੜੀ ਲੈ ਕੇ ਆਏ। ਜਦੋਂ ਸਰਦਾਰ ਨੇ ਲਾੜੀ ਨੂੰ ਉਸਦਾ ਨਾਮ ਪੁੱਛਿਆ ਤਾਂ ਉਸਨੇ ਕਿਹਾ, ਮੈਨੂੰ ਆਪਣੇ ਪੁਰਾਣੇ ਨਾਮ ਤੋਂ ਨਫ਼ਰਤ ਹੈ, ਪਰ ਤੁਹਾਡੀ ਮਦਦ ਲਈ ਮੈਂ ਖੁਦਕੁਸ਼ੀ ਕਰ ਲਈ ਸੀ। ਹੁਣ ਮੈਂ ਤੁਹਾਡੀ ਸ਼ਰਨ
ਸੁਰੱਖਿਆ ਅਧੀਨ ਹਾਂ, ਇਸ ਲਈ ਮੈਂ ਸ਼ਰਨ ਕੌਰ ਕਹਾਣਾ ਚਾਹਾਂਗੀ। ਉਸ ਦਾ ਦਾਜ ਉਸ ਦੇ ਗਹਿਣਿਆਂ ਸਮੇਤ ਉਸ ਨੂੰ ਵਾਪਸ ਕਰ ਦਿੱਤਾ ਗਿਆ ਅਤੇ ਉਸ ਨੂੰ ਉਸ ਦੇ ਲਾੜੇ ਦੇ ਨਾਲ ਉਸ ਦੇ ਸਹੁਰੇ ਜਾਣ ਲਈ ਕਿਹਾ ਗਿਆ। ਲਾੜੀ ਅਤੇ ਲਾੜੇ ਨੇ ਸਰਦਾਰ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਉੱਥੇ ਸਿਪਾਹੀ ਵਾਂਗ ਰਹਿਣ ਦੀ ਇਜਾਜ਼ਤ ਚਾਹੁੰਦੇ ਹਨ, ਕਿਉਂਕਿ ਉਹ ਕਾਇਰਾਂ ਦੇ ਵਿੱਚ ਜਾ ਕੇ ਕਾਇਰਾਂ ਵਾਂਗ ਨਹੀਂ ਰਹਿਣਾ ਚਾਹੁੰਦੇ। ਉਹਨਾਂ ਦੇ ਜ਼ੋਰ ਪਾਉਣ ਤੋਂ ਤੇ ਉਹਨਾਂ ਨੇ ਬਿਪਤਸ਼ਮਾ ਲਿਆ ਉੱਥੇ ਰਹਿਣ ਦੀ ਇਜਾਜ਼ਤ ਦਿੱਤੀ। ਉਸ ਕਮਿਊਨਿਟੀ ਰਸੋਈ ਵਿੱਚ ਸੇਵਾ ਕੀਤੀ ਅਤੇ ਉਸ ਦੇ ਪਤੀ, ਜਿਸ ਦਾ ਨਾਮ ਜਗਤ ਸਿੰਘ ਸੀ, ਬਿਪਤਸ਼ਮਾ ਲੈਣ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਗਿਆ। ਸਰਦਾਰ ਨੇ ਕੁਝ ਦਿਨ ਇਸ ਜੋੜੇ ਨੂੰ ਦੇਖਿਆ। ਇੱਕ ਦਿਨ ਉਸਨੇ ਆਪਣੀ ਫੌਜੀ ਅਫਸਰ ਨੂੰ ਕਿਹਾ, ਸ਼ਰਨ ਕੌਰ ਬਹਾਦਰ ਅਤੇ ਬੁੱਧੀਮਾਨ ਜਾਪਦੀ ਹੈ। ਮੈਨੂੰ ਲੱਗਦਾ ਹੈ ਕਿ ਉਹ ਇੱਕ ਸ਼ਾਨਦਾਰ ਜਾਸੂਸ ਬਣ ਸਕਦੀ ਹੈ। ਉਸ ਨੂੰ ਇਹ ਬਣਨ ਲਈ ਸਿਖਲਾਈ ਦਿਓ। ਉਸ ਦੀ ਸਿਖਲਾਈ ਤੁਰੰਤ ਸ਼ੁਰੂ ਕਰ ਦਿੱਤੀ ਗਈ ਅਤੇ ਕੁਝ ਮਹੀਨਿਆਂ ਵਿੱਚ ਉਸਨੇ ਜਾਸੂਸੀ ਦੀ ਕਲਾ ਨੂੰ ਫੜ ਲਿਆ। ਇੱਕ ਵਾਰ ਉਸ ਨੂੰ ਪਠਾਨ ਫੌਜਾਂ ਦੀ ਤਾਕਤ ਦਾ ਪਤਾ ਲਗਾਉਣ ਲਈ ਭੇਜਿਆ ਗਿਆ, ਜੋ ਜਮਰੌਦ ਉੱਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀਆਂ ਸਨ। ਉਸ ਨੇ ਆਪਣੇ ਆਪ ਨੂੰ ਇੱਕ ਪਠਾਨ ਲੜਕੀ ਵਜੋਂ ਭੇਸ਼ ਵਿੱਚ ਲਿਆ ਅਤੇ ਦਾਅਵਾ ਕੀਤਾ ਕਿ ਸਿੱਖਾਂ ਨੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਹੈ। ਉਹ ਪਠਾਨ ਮੁਖੀ ਨੂੰ ਮਦਦ ਮੰਗਣ ਅਤੇ ਉਸ ਨਾਲ ਸਿੱਖ ਫੌਜ ਦੇ ਭੇਦ ਸਾਂਝੇ ਕਰਨ ਲਈ ਦੇਖਣਾ ਚਾਹੁੰਦੀ ਸੀ। ਉਹ ਪਠਾਨ ਮੁਖੀ ਨੂੰ ਮਿਲੀ, ਰੋਂਦੀ ਰਹੀ ਅਤੇ ਉਸ ਨੂੰ ਦੱਸਿਆ ਕਿ ਜਮਰੌਦ ਦੇ ਕਿਲੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਫੌਜ ਸੀ ਅਤੇ ਉਹਨਾਂ ਨੇ ਉਸ ਦੇ ਭਰਾ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਮੁਖੀ ਨੇ ਜਾਣਕਾਰੀ ਲਈ ਉਸ ਦਾ ਧੰਨਵਾਦ ਕੀਤਾ ਅਤੇ ਲੜਕੀ ਨੂੰ ਭਰੋਸਾ ਦਿਵਾਇਆ ਕਿ ਸਿੱਖਾਂ ਨੂੰ ਜਮਰੌਦ ਤੋਂ ਭਜਾ ਦਿੱਤਾ ਜਾਵੇਗਾ। ਉਸ ਨੇ ਉਸ ਨੂੰ ਪਠਾਨ ਤਾਕਤ ਬਾਰੇ ਵੀ ਦੱਸਿਆ। ਉਹ ਅਚਾਨਕ ਅੱਗੇ ਝੁਕ ਗਈ, ਜਿਵੇਂ ਉਹ ਬੇਹੋਸ਼ ਹੋਣ ਵਾਲੀ ਹੋਵੇ। ਜਿਵੇਂ ਹੀ ਮੁਖੀ ਉਸ ਨੂੰ ਸਮਰਥਨ ਕਰਨ ਲਈ ਉੱਠਿਆ, ਉਸਨੇ ਆਪਣਾ ਰੁਮਾਲ ਕੱਢ ਕੇ ਉਸ ਦਾ ਨੱਕ ਦਬਾ ਦਿੱਤਾ। ਜਿਵੇਂ ਹੀ ਉਹ ਬੇਹੋਸ਼ ਹੋ ਗਿਆ, ਉਸਨੇ ਉਸ ਨੂੰ ਚਾਕੂ ਮਾਰ ਦਿੱਤਾ ਅਤੇ ਚੁੱਪਚਾਪ ਬਾਹਰ ਚਲੀ ਗਈ। ਪਠਾਨ ਸਿਪਾਹੀਆਂ ਦੇ ਉਸ ਨੂੰ ਫੜਨ ਤੋਂ ਪਹਿਲਾਂ ਹੀ ਉਹ ਜਮਰੌਦ ਪਹੁੰਚ ਗਈ। ਉਸ ਨੂੰ ਸਿੱਖ ਸਾਮਰਾਜ ਦੀ ਸ਼ਾਨਦਾਰ ਸੇਵਾ ਕਰਨ ਲਈ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ। ਜਮਰੌਦ ਦਾ ਇਲਾਕਾ ਪਠਾਣਾਂ ਨਾਲ ਘਿਰਿਆ ਹੋਇਆ ਸੀ। ਸਿੱਖਾਂ ਪ੍ਰਤੀ ਬੇਪਰਵਾਹ ਸਨ। ਇੱਕ ਵਾਰ ਜਮਰੌਦ ਵਿਖੇ ਹਰੀ ਸਿੰਘ ਨਲਵਾ ਗੰਭੀਰ ਬਿਮਾਰ ਪੈ ਗਿਆ। ਜਦੋਂ ਪਠਾਣਾਂ ਨੂੰ ਪਤਾ ਲੱਗਾ ਕਿ ਨਲਵਾ ਗੰਭੀਰ ਰੂਪ ਵਿੱਚ ਬਿਮਾਰ ਅਤੇ ਲੜਾਈ ਵਿੱਚ ਹਿੱਸਾ ਨਹੀਂ ਲੈ ਸਕਦਾ, ਤਾਂ ਉਹਨਾਂ ਨੇ ਉਸ ਦੇ ਰਾਜ ਵਿਰੁੱਧ ਬਗਾਵਤ ਕੀਤੀ ਅਤੇ ਕਿਲੇ ਨੂੰ ਘੇਰ ਲਿਆ। ਇਹ ਦਰਸਾਉਣ ਲਈ ਕਿ ਉਹ ਗਲੇ ਅਤੇ ਦਿਲੀ ਸੀ, ਜਰਨੈਲ ਕਿਲੇ ਦੀ ਉੱਪਰਲੀ ਮੰਜ਼ਲ ਤੇ ਪ੍ਰਗਟ ਹੋਇਆ ਤਾਂ ਜੋ ਲੋਕ ਉਸ ਨੂੰ ਦੇਖ ਸਕਣ। ਉਸ ਨੂੰ ਦੇਖ ਕੇ ਬਾਗੀ ਵਾਪਸ ਪਰਤ ਗਏ, ਪਰ ਉਹਨਾਂ ਵਿੱਚੋਂ ਇੱਕ ਨੇ ਨਲਵਾ ਵੱਲ ਆਪਣੀ ਬੰਦੂਕ ਦਾ ਨਿਸ਼ਾਨਾ ਬਣਾਇਆ ਤੇ ਉਸ ਨੂੰ ਗੋਲੀ ਮਾਰ ਦਿੱਤੀ। ਬਦਕਿਸਮਤੀ ਨਾਲ ਨਲਵਾ ਬੁਰੀ ਤਰ੍ਹਾਂ ਮਾਰਿਆ ਗਿਆ ਅਤੇ ਅਗਲੇ ਦਿਨ 30 ਅਪ੍ਰੈਲ 1837 ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਨੂੰ ਗੁਪਤ ਰੱਖਿਆ ਗਿਆ, ਪਰ ਕਿਲੇ ਵਿੱਚ ਹਰ ਕੋਈ ਉਦਾਸ ਅਤੇ ਤਣਾਅ ਵਿੱਚ ਸੀ, ਕਿਉਂਕਿ ਨਲਵੇ ਦੀ ਥਾਂ ਲੈਣ ਵਾਲਾ ਕੋਈ ਨਹੀਂ ਸੀ। ਸ਼ਰਨ ਕੌਰ ਨੇ ਹਿੰਮਤ ਨਹੀਂ ਹਾਰੀ ਅਤੇ ਸਿੱਖ ਫੌਜ ਨੂੰ ਹੌਸਲਾ ਦਿੱਤਾ। ਉਸਨੇ ਕਿਹਾ, ਇਹ ਘਬਰਾਉਣ ਜਾਂ ਚਿੰਤਾ ਕਰਨ ਦਾ ਸਮਾਂ ਨਹੀਂ ਹੈ। ਆਓ ਇਸ ਨਾਜ਼ੁਕ ਪਲ ਦਾ ਬਹਾਦਰੀ ਨਾਲ ਸਾਹਮਣਾ ਕਰੀਏ। ਮੈਨੂੰ ਇੱਕ ਲੰਬੀ ਰੱਸੀ ਨਾਲ ਕਿਲੇ ਦੇ ਪਿੱਛੇ ਸੁੱਟ ਦਿਓ। ਮੈਂ ਪਠਾਨ ਔਰਤ ਦਾ ਭੇਸ਼ ਧਾਰ ਕੇ ਪੇਸ਼ਾਵਰ ਪਹੁੰਚ ਕੇ ਦਿਖਾਵਾਂਗੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਛੇਤੀ ਤੋਂ ਛੇਤੀ ਖਬਰ ਪਹੁੰਚਾ ਦਿੱਤੀ ਜਾਵੇ। ਬਹਾਦਰ ਸ਼ਰਨ ਕੌਰ ਨੇ ਸਾਰੀ ਰਾਤ ਸੰਘਣੇ ਜੰਗਲ ਵਿੱਚੋਂ ਪੈਦਲ ਚੱਲ ਕੇ ਪੇਸ਼ਾਵਰ ਪਹੁੰਚੀ। ਉਹ ਜਲਦੀ ਨਾਲ ਕੁਝ ਘੋੜਸਵਾਰਾਂ ਨੂੰ ਲੈ ਕੇ ਉਹਨਾਂ ਦੇ ਨਾਲ ਜਿੰਨੀ ਤੇਜ਼ੀ ਨਾਲ ਹੋ ਸਕੇ ਲਾਹੌਰ ਵੱਲ ਤੁਰ ਪਈ। ਉਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਾਰੀ ਕਹਾਣੀ ਜਾ ਕੇ ਦੱਸੀ, ਜੋ ਸਿੱਖ ਰਾਜ ਸਾਮਰਾਜ ਨੂੰ ਮਜ਼ਬੂਤ ਕਰਨ ਵਾਲੇ ਆਪਣੇ ਸਰਬੋਤਮ ਜਰਨੈਲ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁਖੀ ਹੋਇਆ।
ਸਥਿਤੀ ਗੰਭੀਰ ਹੁੰਦੀ ਦੇਖ ਕੇ ਉਹ ਤੁਰੰਤ ਬਾਗੀਆਂ ਨੂੰ ਸਜ਼ਾ ਦੇਣ ਲਈ ਰਵਾਨਾ ਹੋ ਗਿਆ। ਜਿਵੇਂ ਹੀ ਵਿਦਰੋਹੀਆਂ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਵੱਡੀ ਫੌਜ ਲੈ ਕੇ ਪਹੁੰਚਿਆ ਹੈ, ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਵਿਹਾਰ ਕਰਨ ਦਾ ਵਾਅਦਾ ਕੀਤਾ। ਸ਼ਰਨ ਕੌਰ ਨੇ ਆਪਣੇ ਪਤੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਲਾਹੌਰ ਵਾਪਸ ਆ ਗਈ, ਜਿੱਥੇ ਉਸ ਦਾ ਸਨਮਾਨ ਕੀਤਾ ਗਿਆ ਅਤੇ ਉਸ ਦੀ ਜ਼ਿੰਦਗੀ ਦਾ ਸਭ ਤੋਂ ਸ਼ਾਨਦਾਰ ਪਲ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਆਪਾਂ ਸਾਰੇ ਜਾਣਦੇ ਹਾਂ ਬੀਬੀ ਸ਼ਰਨ ਕੌਰ ਬਾਰੇ। ਬੀਬੀ ਸ਼ਰਨ ਕੌਰ ਜੀ ਦਾ ਸਿੱਖ ਇਤਿਹਾਸ ਵਿੱਚ ਬੜਾ ਅਹਿਮ ਰੋਲ ਹੈ। ਸ਼ਰਨ ਕੌਰ, ਜਿਸ ਦਾ ਅਸਲੀ ਨਾਂ ਸ਼ਰਨੀ ਸੀ, ਜਿਸ ਦਾ ਜਨਮ ਪੰਜਾਬ ਦੇ ਉੱਤਰ ਪੱਛਮ ਵਿੱਚ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ, ਜਿੱਥੇ 90% ਤੋਂ ਵੱਧ ਆਬਾਦੀ ਪਠਾਨ ਜਾਂ ਅਫਗਾਨਾਂ ਦੀ ਸੀ। ਉਸ ਦਾ ਪਿਤਾ ਇੱਕ ਛੋਟਾ ਜਿਹਾ ਦੁਕਾਨਦਾਰ ਸੀ। 16 ਸਾਲ ਦੀ ਹੁੰਦਿਆਂ ਹੀ ਉਸ ਦੇ ਵਿਆਹ ਨੇੜਲੇ ਪਿੰਡ ਦੇ ਇੱਕ ਨੌਜਵਾਨ ਜਗਤ ਰਾਮ ਨਾਲ ਹੋ ਗਿਆ। ਸੁਖੀ ਵਿਆਹ ਤੋਂ ਬਾਅਦ ਉਹ ਆਪਣੇ ਲਾੜੇ ਅਤੇ ਵਿਆਹ ਦੀ ਪਾਰਟੀ ਸਮੇਤ ਆਪਣੇ ਸਹੁਰੇ ਪਿੰਡ ਚਲੀ ਗਈ। ਜਦੋਂ ਵਿਆਹ ਦਾ ਜਲੂਸ ਸੰਘਣੇ ਜੰਗਲ ਵਿੱਚੋਂ ਲੰਘ ਰਿਹਾ ਸੀ ਤਾਂ ਹਥਿਆਰਬੰਦ ਗੁੰਡਿਆਂ ਦੀ ਇੱਕ ਪਾਰਟੀ ਨੇ ਉਹਨਾਂ ਦੀ ਪਾਰਟੀ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਉਹਨਾਂ ਨੂੰ ਨਕਦੀ, ਕੀਮਤੀ ਸਮਾਨ ਅਤੇ ਲਾੜੀ ਨੂੰ ਸੌਂਪਣ ਦਾ ਹੁਕਮ ਦਿੱਤਾ। ਬੇਵਸ ਧਿਰ ਨਿਹੱਥੇ ਸੀ ਅਤੇ ਡਾਕੂਆਂ ਨੂੰ ਬੇਨਤੀ ਕੀਤੀ ਕਿ ਸਭ ਕੁਝ ਲੈ ਜਾਓ, ਪਰ ਉਹਨਾਂ ਨੂੰ ਲਾੜੀ ਦੇ ਨਾਲ ਛੱਡ ਦਿਓ। ਉਹਨਾਂ ਦੀ ਬੇਨਤੀ ਨੂੰ ਠੁਕਰਾ ਦਿੱਤਾ ਗਿਆ ਅਤੇ ਉਹਨਾਂ ਨੂੰ ਲਾੜੀ ਦੀ ਪਾਲਕੀ ਵਿੱਚ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ ਗਿਆ। ਉਸ ਨੇ ਰੋਂਦੇ ਹੋਏ ਸ਼ਰਨ ਕੌਰ ਦੇ ਪਤੀ ਨੇ ਰੋਂਦੇ ਹੋਏ ਬੇਨਤੀ ਕੀਤੀ ਕਿ ਉਹ ਉਸ ਨੂੰ ਆਪਣੇ ਲਾੜੇ ਨਾਲ ਜਾਣ ਦੇਣ। ਡਾਕੂਆਂ ਨੇ ਉਸ ਨੂੰ ਪਾਲਕੀ ਤੋਂ ਬਾਹਰ ਖਿੱਚ ਲਿਆ ਅਤੇ ਉਸ ਨੂੰ ਆਪਣੇ ਮੁਖੀ ਦੇ ਸਾਹਮਣੇ ਪੇਸ਼ ਕੀਤਾ। ਉਸ ਨੇ ਕਿਹਾ, ਉਸ ਨੂੰ ਫਿਲਹਾਲ ਨਜ਼ਰਬੰਦ ਰੱਖੋ। ਮੈਂ ਅਜਿਹੀ ਖੂਬਸੂਰਤ ਇਸਤਰੀ ਨਾਲ, ਮੁਟਿਆਰ ਨਾਲ ਵਿਆਹ ਕਰਨਾ ਚਾਹਾਂਗਾ। ਗਰੀਬ ਲਾੜਾ ਨਿਰਾਸ਼ ਅਤੇ ਉਦਾਸ ਸੀ। ਉਸਨੇ ਆਪਣੇ ਪਿੰਡ ਜਾ ਕੇ ਸਾਰੇ ਪਿੰਡ ਦੇ ਹਾਸੇ ਦਾ ਪਾਤਰ ਨਹੀਂ ਸੀ ਬਣਨਾ। ਉਹ 19ਵੀਂ ਸਦੀ ਦਾ ਪਹਿਲਾ ਅੱਧ ਅਤੇ ਹਰੀ ਸਿੰਘ ਨਲਵਾ ਪਠਾਨ ਸੂਬੇ ਦਾ ਗਵਰਨਰ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਬਹਾਦਰ ਜਰਨੈਲ ਸੀ, ਜਿਸ ਨੇ ਉਸ ਨੂੰ ਨਲਵੇ ਦਾ ਖਿਤਾਬ ਦਿੱਤਾ ਸੀ ਕਿਉਂਕਿ ਉਸਨੇ ਇਕੱਲੇ ਹੀ ਨੂਰ ਸ਼ੇਰ ਨੂੰ ਮਾਰਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਪੰਜਾਬ ਪੱਛਮ ਤੋਂ ਪਠਾਨਾਂ ਤੇ ਅਫਗਾਨਾਂ ਨੇ 8 ਸਦੀਆਂ ਤੱਕ ਭਾਰਤ ਤੇ ਹਮਲਾ ਕੀਤਾ ਅਤੇ ਲੁੱਟਿਆ। ਇਸ ਦਾ ਸਿਹਰਾ ਹਰੀ ਸਿੰਘ ਨਲਵਾ ਵਰਗੇ ਜਰਨੈਲਾਂ ਨੂੰ ਜਾਂਦਾ ਹੈ ਕਿ ਇਹਨਾਂ ਹਮਲਿਆਂ ਨੂੰ ਹਮੇਸ਼ਾ ਲਈ ਰੋਕ ਦਿੱਤਾ ਗਿਆ। ਉਸ ਨੇ ਉਸ ਖੇਤਰ ਦੇ ਬਾਗੀ ਪਠਾਨਾਂ ਤੇ ਇੰਨੀ ਨਿਡਰਤਾ, ਦਲੇਰੀ ਅਤੇ ਸਮਝਦਾਰੀ ਨਾਲ ਰਾਜ ਕੀਤਾ ਕਿ ਪਠਾਨ ਮਾਪੇ ਆਪਣੇ ਬੱਚਿਆਂ ਨੂੰ ਡਰਾਉਣ ਲਈ ਨਲਵੇ ਦੇ ਨਾਮ ਦੀ ਵਰਤੋਂ ਕਰਨ ਲੱਗੇ। ਜਗਤ ਰਾਮ ਨੂੰ ਇੱਕ ਵਿਚਾਰ ਆਇਆ ਕਿ ਉਹ ਸਿੱਧੇ ਜਮਰੌਦ ਵਿਖੇ ਹਰੀ ਸਿੰਘ ਨਲਵੇ ਕੋਲ ਜਾਵੇ, ਜਿੱਥੇ ਉਹ ਇੱਕ ਕਿਲਾ ਬਣਾ ਰਿਹਾ ਸੀ। ਉਸਨੇ ਸਰਦਾਰ ਨੂੰ ਜਾ ਕੇ ਸ਼ਿਕਾਇਤ ਕੀਤੀ ਕਿ ਉਸ ਦੀ ਲਾੜੀ ਨੂੰ ਕੁਝ ਡਾਕੂਆਂ ਨੇ ਜ਼ਬਰਦਸਤੀ ਚੁੱਕ ਲਿਆ ਹੈ। ਜਦੋਂ ਸਰਦਾਰ ਉਸ ਦੀ ਸ਼ਿਕਾਇਤ ਸੁਣ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਉਸਦੇ ਦਰਬਾਰ ਦੇ ਦਰਵਾਜ਼ੇ ਕੋਲ 2 ਅਜਨਬੀ ਖੜੇ ਸਨ ਅਤੇ ਲਾੜੇ ਦੀ ਹਰ ਗੱਲ ਧਿਆਨ ਨਾਲ ਸੁਣ ਰਹੇ ਸਨ। ਉਸ ਨੇ ਸ਼ੱਕ ਪ੍ਰਗਟਾਇਆ ਕਿ ਉਕਤ ਵਿਅਕਤੀ ਲੁਟੇਰਿਆਂ ਦੇ ਸਹਾਇਕ ਹਨ। ਉਸਨੇ ਉੱਚੀ ਆਵਾਜ਼ ਵਿੱਚ ਹੁਕਮ ਦਿੱਤਾ, ਇਸ ਕਾਇਰ ਨੂੰ ਸ਼ਲਾਖਾਂ ਪਿੱਛੇ ਸੁੱਟ ਦਿਓ। ਜਿਹੜਾ ਆਪਣੀ ਪਤਨੀ ਦੀ ਰੱਖਿਆ ਨਹੀਂ ਕਰ ਸਕਿਆ, ਉਹ ਕਿਸੇ ਦੀ ਮਦਦ ਜਾਂ ਰਹਿਮ ਦਾ ਹੱਕਦਾਰ ਨਹੀਂ ਹੈ। ਇਸ ਤਰ੍ਹਾਂ ਦੇ ਵਿਅਕਤੀ ਸਮਾਜ ਦੇ ਬੋਝ ਹਨ ਅਤੇ ਸਮਾਜ ਲਈ ਕਲੰਕ ਹਨ। ਦੋਵੇਂ ਸ਼ੱਕੀ ਇਹ ਸਭ ਕੁਝ ਸੁਣ ਕੇ ਬਹੁਤ ਖੁਸ਼ ਹੋਏ ਅਤੇ ਇੱਕਦਮ ਆਪਣੇ ਨੇਤਾ ਨੂੰ ਸਭ ਕੁਝ ਜਾ ਕੇ ਦੱਸਣ ਲੱਗੇ। ਸ਼ੱਕੀ ਜਾਸੂਸ ਆਪਣੀ ਮੰਜ਼ਿਲ ਤੇ ਪਹੁੰਚ ਗਏ ਅਤੇ ਆਪਣੇ ਨੇਤਾ ਨੂੰ ਸਿੱਖ ਸਰਦਾਰ ਦੇ ਪ੍ਰਤੀਕਰਮ ਬਾਰੇ ਦੱਸਿਆ। ਉਹ ਅਜੇ ਖੁਸ਼ੀ ਨਾਲ ਗੱਲਾਂ ਕਰ ਰਹੇ ਸਨ ਅਤੇ ਆਪਣੀ ਜਿੱਤ ਦਾ ਆਨੰਦ ਮਾਣ ਰਹੇ ਸਨ ਜਦੋਂ ਸਿੱਖ ਘੋੜਸਵਾਰਾਂ ਨੇ ਉਹਨਾਂ ਨੂੰ ਆ ਕੇ ਘੇਰ ਲਿਆ ਅਤੇ ਉਹਨਾਂ ਨੂੰ ਹਥਿਆਰਬੰਦ ਕਰਨ ਦਾ ਹੁਕਮ ਦਿੱਤਾ।
ਲੁਟੇਰੇ ਅੱਕ ਗਏ ਅਤੇ ਗਿਣਤੀ ਵੱਧ ਗਈ। ਸਿੱਖ ਸਿਪਾਹੀ ਹਰੀ ਸਿੰਘ ਨਲੂਆ ਕੋਲ ਡਾਕੂ ਲੁੱਟ ਅਤੇ ਲਾੜੀ ਲੈ ਕੇ ਆਏ। ਜਦੋਂ ਸਰਦਾਰ ਨੇ ਲਾੜੀ ਨੂੰ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਕਿਹਾ, ਮੈਨੂੰ ਆਪਣੇ ਪੁਰਾਣੇ ਨਾਮ ਤੋਂ ਨਫ਼ਰਤ ਹੈ, ਪਰ ਤੁਹਾਡੀ ਮਦਦ ਲਈ ਮੈਂ ਕੁਝ ਵੀ ਕਰਨ ਲਈ ਤਿਆਰ ਹਾਂ। ਹੁਣ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਇਸ ਲਈ ਮੇਰਾ ਨਾਂ ਸ਼ਰਨ ਕੌਰ ਹੈ। ਉਸ ਦਾ ਦਾਜ, ਉਸ ਦੇ ਗਹਿਣੇ ਸਮੇਤ ਉਸ ਨੂੰ ਵਾਪਸ ਕਰ ਦਿੱਤਾ ਗਿਆ ਅਤੇ ਉਸ ਨੂੰ ਉਸ ਦੇ ਲਾੜੇ ਦੇ ਨਾਲ ਉਸ ਦੇ ਸਹੁਰੇ ਜਾਣ ਲਈ ਕਿਹਾ ਗਿਆ। ਲਾੜੀ ਨੇ ਸਰਦਾਰ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਉੱਥੇ ਸਿਪਾਹੀਆਂ ਵਾਂਗ ਰਹਿਣ ਦੀ ਇਜਾਜ਼ਤ ਦੇ ਦੇਵੇ, ਕਿਉਂਕਿ ਉਹ ਕਾਇਰਾਂ ਦੇ ਵਿੱਚ ਜਾ ਕੇ ਕਾਇਰਾਂ ਵਾਂਗ ਨਹੀਂ ਰਹਿਣਾ ਚਾਹੁੰਦੇ। ਉਹਨਾਂ ਦੇ ਜ਼ੋਰ ਪਾਉਣ ਤੇ ਉਹਨਾਂ ਨੇ ਬਪਤਿਸਮਾ ਲਈ ਅਤੇ ਉੱਥੇ ਰਹਿਣ ਦੀ ਇਜਾਜ਼ਤ ਦਿੱਤੀ। ਉਸਨੇ ਕਮਿਊਨਿਟੀ ਰਸੋਈ ਵਿੱਚ ਸੇਵਾ ਕੀਤੀ ਅਤੇ ਉਸ ਦੇ ਪਤੀ, ਜਿਸ ਦਾ ਨਾਮ ਜਗਤ ਸਿੰਘ ਸੀ, ਬਪਤਿਸਮਾ ਲੈਣ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਗਿਆ। ਸਰਦਾਰ ਨੇ ਕੁਝ ਦਿਨ ਇਸ ਜੋੜੇ ਨੂੰ ਦੇਖਿਆ। ਇੱਕ ਦਿਨ ਉਸਨੇ ਆਪਣੇ ਫੌਜੀ ਅਫਸਰ ਨੂੰ ਕਿਹਾ, ਸ਼ਰਨ ਕੌਰ ਬਹਾਦਰ ਅਤੇ ਬੁੱਧੀਮਾਨ ਜਾਪਦੀ ਹੈ। ਮੈਨੂੰ ਲੱਗਦਾ ਹੈ ਇੱਕ ਸ਼ਾਨਦਾਰ ਜਾਸੂਸ ਬਣ ਸਕਦੀ ਹੈ। ਉਸ ਨੂੰ ਇਹ ਬਣਨ ਲਈ ਸਿਖਲਾਈ ਦਿਓ। ਉਸ ਦੀ ਸਿਖਲਾਈ ਤੁਰੰਤ ਸ਼ੁਰੂ ਕਰ ਦਿੱਤੀ ਗਈ ਅਤੇ ਕੁਝ ਮਹੀਨਿਆਂ ਵਿੱਚ ਉਸ ਨੇ ਜਾਸੂਸੀ ਦੀ ਕਲਾ ਨੂੰ ਫੜ ਲਿਆ। ਇੱਕ ਵਾਰ ਉਸ ਨੂੰ ਪਠਾਨ ਫੌਜਾਂ ਦੀ ਤਾਕਤ ਦਾ ਪਤਾ ਲਗਾਉਣ ਲਈ ਭੇਜਿਆ ਗਿਆ, ਜੋ ਜਮਰੌਦ ਉੱਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਸਨੇ ਆਪਣੇ ਆਪ ਨੂੰ ਇੱਕ ਪਠਾਨ ਲੜਕੀ ਵਜੋਂ ਭੇਸ ਵਿੱਚ ਲਿਆ ਅਤੇ ਦਾਅਵਾ ਕੀਤਾ ਕਿ ਸਿੱਖਾਂ ਨੇ ਉਸਦੇ ਭਰਾ ਦਾ ਕਤਲ ਕੀਤਾ ਹੈ। ਉਹ ਪਠਾਨ ਮੁਖੀ ਤੋਂ ਮਦਦ ਮੰਗਣ ਅਤੇ ਉਸ ਨਾਲ ਸਿੱਖ ਫੌਜ ਦੇ ਭੇਦ ਸਾਂਝੇ ਕਰਨਾ ਚਾਹੁੰਦੀ ਹੈ। ਉਹ ਪਠਾਨ ਮੁਖੀ ਨੂੰ ਮਿਲੀ, ਰੋਂਦੀ ਰਹੀ ਅਤੇ ਉਸ ਨੂੰ ਦੱਸਿਆ ਕਿ ਜਮਰੌਦ ਦੇ ਕਿਲੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਫੌਜ ਅਤੇ ਉਹਨਾਂ ਨੇ ਉਸਦੇ ਭਰਾ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਹੈ। ਮੁਖੀ ਨੇ ਜਾਣਕਾਰੀ ਲਈ ਉਸ ਦਾ ਧੰਨਵਾਦ ਕੀਤਾ ਅਤੇ ਲੜਕੀ ਨੂੰ ਭਰੋਸਾ ਦਿਵਾਇਆ ਕਿ ਸਿੱਖਾਂ ਨੂੰ ਜਮਰੌਦ ਤੋਂ ਭਜਾ ਦਿੱਤਾ ਜਾਵੇਗਾ। ਉਸਨੇ ਉਸ ਨੂੰ ਪਠਾਨ ਤਾਕਤ ਬਾਰੇ ਵੀ ਦੱਸਿਆ। ਉਹ ਅਚਾਨਕ ਅੱਗੇ ਝੁਕ ਗਈ, ਜਿਵੇਂ ਬੇਹੋਸ਼ ਹੋਣ ਵਾਲੀ ਹੋਵੇ। ਮੁਖੀ ਉਸ ਦਾ ਸਮਰਥਨ ਕਰਨ ਲਈ ਉੱਠਿਆ ਤਾਂ ਉਸਨੇ ਆਪਣਾ ਰੁਮਾਲ ਕੱਢ ਕੇ ਉਸਦੇ ਨੱਕ ਦਬਾ ਦਿੱਤਾ। ਜਿਵੇਂ ਹੀ ਉਹ ਬੇਹੋਸ਼ ਹੋ ਗਿਆ, ਉਸਨੇ ਉਸ ਨੂੰ ਚਾਕੂ ਮਾਰ ਦਿੱਤਾ ਅਤੇ ਚੁੱਪਚਾਪ ਬਾਹਰ ਚਲੀ ਗਈ। ਪਠਾਨ ਸਿਪਾਹੀਆਂ ਨੇ ਉਸ ਨੂੰ ਫੜਨ ਤੋਂ ਪਹਿਲਾਂ ਹੀ ਜਮਰੌਦ ਪਹੁੰਚ ਗਈ। ਉਸ ਨੂੰ ਸਿੱਖ ਸਾਮਰਾਜ ਦੀ ਸ਼ਾਨਦਾਰ ਸੇਵਾ ਕਰਨ ਲਈ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਜਮਰੌਦ ਦਾ ਇਲਾਕਾ ਪਠਾਨਾਂ ਨਾਲ ਘਿਰਿਆ ਹੋਇਆ ਸੀ, ਜੋ ਸਿੱਖਾਂ ਪ੍ਰਤੀ ਬੇਪਰਵਾਹ ਸਨ। ਇੱਕ ਵਾਰ ਜਮਰੌਦ ਵਿਖੇ ਹਰੀ ਸਿੰਘ ਨਲੂਆ ਗੰਭੀਰ ਬਿਮਾਰ ਪੈ ਗਿਆ। ਜਦੋਂ ਪਠਾਨਾਂ ਨੂੰ ਪਤਾ ਲੱਗਾ ਕਿ ਨਲੂਆ ਗੰਭੀਰ ਰੂਪ ਵਿੱਚ ਬਿਮਾਰ ਹੈ ਅਤੇ ਲੜਾਈ ਵਿੱਚ ਹਿੱਸਾ ਨਹੀਂ ਲੈ ਸਕਦਾ, ਤਾਂ ਉਸ ਨੇ ਉਸ ਦੇ ਰਾਜ ਵਿਰੁੱਧ ਬਗਾਵਤ ਕੀਤੀ ਅਤੇ ਕਿਲੇ ਨੂੰ ਘੇਰ ਲਿਆ। ਇਹ ਦਰਸਾਉਣ ਲਈ ਕਿ ਉਹ ਗਲੇ ਅਤੇ ਦਿਲੀ ਸੀ, ਜਰਨੈਲ ਕਿਲੇ ਦੀ ਉੱਪਰਲੀ ਮੰਜ਼ਲ ਤੇ ਪ੍ਰਗਟ ਹੋਇਆ ਤਾਂ ਜੋ ਉਸ ਨੂੰ ਸਭ ਦੇਖ ਸਕਣ। ਉਸ ਨੂੰ ਦੇਖ ਕੇ ਬਾਗੀ ਵਾਪਸ ਪਰਤ ਗਏ, ਪਰ ਉਹਨਾਂ ਵਿੱਚੋਂ ਇੱਕ ਨੇ ਨਲੂਏ ਵੱਲ ਆਪਣੀ ਬੰਦੂਕ ਦਾ ਨਿਸ਼ਾਨਾ ਬਣਾ ਕੇ ਉਸ ਨੂੰ ਗੋਲੀ ਮਾਰ ਦਿੱਤੀ। ਬਦਕਿਸਮਤੀ ਨਾਲ ਨਲੂਆ ਬੁਰੀ ਤਰ੍ਹਾਂ ਮਾਰਿਆ ਗਿਆ। ਅਗਲੇ ਦਿਨ 30 ਅਪ੍ਰੈਲ 1837 ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਨੂੰ ਗੁਪਤ ਰੱਖਿਆ ਗਿਆ, ਪਰ ਕਿਲੇ ਵਿੱਚ ਹਰ ਕੋਈ ਉਦਾਸ ਅਤੇ ਤਣਾਅ ਵਿੱਚ ਸੀ, ਕਿਉਂਕਿ ਨਲੂਏ ਦੀ ਥਾਂ ਲੈਣ ਵਾਲਾ ਕੋਈ ਨਹੀਂ ਸੀ। ਸ਼ਰਨ ਕੌਰ ਨੇ ਹਿੰਮਤ ਨਹੀਂ ਹਾਰੀ ਅਤੇ ਸਿੱਖ ਫੌਜ ਨੂੰ ਹੌਸਲਾ ਦਿੱਤਾ। ਉਸਨੇ ਕਿਹਾ, ਇਹ ਘਬਰਾਉਣ ਜਾਂ ਚਿੰਤਾ ਕਰਨ ਦਾ ਸਮਾਂ ਨਹੀਂ। ਆਓ ਇਸ ਨਾਜ਼ੁਕ ਪਲ ਦਾ ਬਹਾਦਰੀ ਨਾਲ ਸਾਹਮਣਾ ਕਰੀਏ। ਮੈਨੂੰ ਇੱਕ ਲੰਬੀ ਰੱਸੀ ਦਿਓ, ਮੈਂ ਕਿਲੇ ਦੇ ਪਿੱਛੇ ਸੁੱਟ ਦਿਓ। ਮੈਂ ਪਠਾਨ ਔਰਤ ਦਾ ਭੇਸ ਧਾਰ ਕੇ ਪੇਸ਼ਾਵਰ ਪਹੁੰਚ ਕੇ ਦਿਖਾਵਾਂਗੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਛੇਤੀ ਤੋਂ ਛੇਤੀ ਖਬਰ ਪਹੁੰਚਾ ਦਿੱਤੀ ਜਾਵੇ। ਬਹਾਦਰ ਸ਼ਰਨ ਕੌਰ ਨੇ ਸਾਰੀ ਰਾਤ ਸੰਘਣੇ ਜੰਗਲਾਂ ਵਿੱਚੋਂ ਦੀ ਪੈਦਲ ਚੱਲ ਕੇ ਪੇਸ਼ਾਵਰ ਪਹੁੰਚੀ। ਉਹ ਜਲਦੀ ਨਾਲ ਕੁਝ ਘੋੜਸਵਾਰਾਂ ਨੂੰ ਲੈ ਕੇ ਉਹਨਾਂ ਦੇ ਨਾਲ ਜਿੰਨੀ ਤੇਜ਼ੀ ਨਾਲ ਹੋ
ਸਕੇ ਲਾਹੌਰ ਵੱਲ ਤੁਰ ਪਈ। ਉਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਾਰੀ ਕਹਾਣੀ ਦੱਸੀ, ਜੋ ਸਿੱਖ ਸਾਮਰਾਜ ਨੂੰ ਮਜ਼ਬੂਤ ਕਰਨ ਵਾਲੇ ਆਪਣੇ ਸਰਵੋਤਮ ਜਰਨੈਲ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁਖੀ ਸੀ। ਸਥਿਤੀ ਗੰਭੀਰ ਸੀ। ਤੁਰੰਤ ਬਾਗੀਆਂ ਨੂੰ ਸਜ਼ਾ ਦੇਣ ਲਈ ਰਵਾਨਾ ਹੋ ਗਿਆ। ਜਿਵੇਂ ਹੀ ਵਿਦਰੋਹੀਆਂ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਵੱਡੀ ਫੌਜ ਲੈ ਕੇ ਪਹੁੰਚਿਆ ਹੈ, ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਵਿਹਾਰ ਕਰਨ ਦਾ ਵਾਅਦਾ ਕੀਤਾ। ਸ਼ਰਨ ਕੌਰ ਆਪਣੇ ਪਤੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਲਾਹੌਰ ਵਾਪਸ ਆ ਗਈ, ਜਿੱਥੇ ਉਸਨੇ ਉਸ ਨੂੰ ਸਨਮਾਨ ਦਿੱਤਾ। ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਸ਼ਾਨਦਾਰ ਪਲ ਸੀ। ਸ਼ਰਮੀਲਾ ਲਾਚਾਰ ਲਾੜੀ ਸ਼ਰਨ ਕੌਰ ਆਪਣੇ ਅੰਮ੍ਰਿਤ ਛਕਣ ਤੋਂ ਬਾਅਦ ਇੱਕ ਬਹਾਦਰ ਸੰਤ ਸਿਪਾਹੀ ਵਿੱਚ ਬਦਲ ਗਈ। ਉਹ ਸਿੱਖ ਇਤਿਹਾਸ ਦੀ ਸਭ ਤੋਂ ਬਹਾਦਰ ਔਰਤ ਵਜੋਂ ਜਾਣੀ ਜਾਂਦੀ ਸੀ। ਉਸ ਦੀ ਬਹਾਦਰੀ ਨੇ ਸਿੱਖ ਰਾਜ ਨੂੰ ਟੁੱਟਣ ਤੋਂ ਬਚਾ ਲਿਆ। ਉਸ ਨੂੰ ਉਸ ਦੀ ਨਿਸਵਰਤਾ ਸੇਵਾ ਅਤੇ ਸ਼ਾਨਦਾਰ ਜਾਸੂਸੀ ਲਈ ਹਮੇਸ਼ਾ ਹੀ ਯਾਦ ਕੀਤਾ ਜਾਏਗਾ।